ਜਿਹੜੇ ਕੰਮ ਆਉਂਦੇ ਦੁਖੀ ਬੰਦਿਆਂ ਦੇ ਉਹ ਜਲਵੇ ਲੈਣ ਕੋ ਤੂਰਾਂ ਦੇ। ਉਹ ਜਿਹੜੇ ਕੰਮ ਆਉਂਦੇ ਦੁਖੀ ਬੰਦਿਆਂ ਦੇ ਉਹ ਜਲਵੇ ਲੈਣ ਕੋ ਤੂਰਾਂ ਦੇ। ਤੇ ਨਾ ਉਹਨਾਂ ਦਾ ਸਦਾ ਹੀ ਰਹੂ ਜ਼ਿੰਦਾ ਜਿਹੜੇ ਲੈ ਦਿੰਦੇ ਹੱਕ ਮਜ਼ਦੂਰਾਂ ਦੇ। ਉਹ ਨਾ ਉਹਨਾਂ ਦਾ ਸਦਾ ਹੀ ਰਹੂ ਜ਼ਿੰਦਾ ਜਿਹੜੇ ਲੈ ਦਿੰਦੇ ਹੱਕ ਮਜ਼ਦੂਰਾਂ ਦੇ। ਤੇ ਮੱਖਣ ਜੱਟਾ ਕਿਸੇ ਦੇ ਕੰਮ ਆ ਜਾ, ਮੱਖਣ ਜੱਟਾ ਕਿਸੇ ਦੇ ਕੰਮ ਆ ਜਾ। ਉਹ ਰਾਹ ਫਾੜਨੇ ਪੈਣ ਭਾਵੇਂ ਦੂਰਾਂ ਦੇ। ਮੱਖਣ ਜੱਟ ਤੁਹਾਡੀ ਖਿਦਮਤ 'ਚ ਇਹ ਸ਼ੇਰ ਪੇਸ਼ ਕਰ ਰਿਹਾ ਜਿਹੜੇ ਕਿ ਮੈਂ ਚੌਧਰੀ ਅਮਜਦ ਅਲੀ ਵੜੈਚ ਮਰਹੂਮ ਉਹਨਾਂ ਦੇ ਸਾਹਿਬਜ਼ਾਦੇ ਦੇ ਮੂੰਹੋਂ ਇੱਕ ਵਾਕਿਆ ਸੁਣਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਚੌਧਰੀ ਅਮਜਦ ਅਲੀ ਵੜੈਚ ਮਰਹੂਮ ਉਹਦਾ ਵੱਡਾ ਸਾਹਿਬਜ਼ਾਦਾ ਚੌਧਰੀ ਹਸਾਮ ਅਲੀ ਵੜੈਚ ਉਹ ਕਹਿੰਦਾ ਕਿ ਜਦੋਂ ਮੇਰੇ ਵਾਲਦ ਸਾਹਿਬ ਦਾ ਜਨਾਜ਼ਾ ਹੋ ਰਿਹਾ ਸੀ ਤੇ ਜਨਾਜ਼ੇ ਤੋਂ ਫਾਰਗ ਹੋਏ ਜਿੱਥੇ ਬਹੁਤ ਸਾਰੇ ਲੋਕ ਸਿਸਕੀਆਂ ਭਰ ਕੇ ਰੋ ਰਹੇ ਸੀ ਤੇ ਮੈਂ ਆਪਣੀ ਪਿਛਲੀ ਸੱਤਰ 'ਚ ਦੇਖਿਆ ਕਿ ਇੱਕ ਬਹੁਤ ਬਾਰੋਬ ਸ਼ਖਸ ਜਿਹਦੇ ਚਿਹਰੇ ਤੇ ਬੜੀ ਨੂਰਾਨੀਅਤ ਸੀ ਉਹ ਵੀ ਬੜਾ ਹਿਚਕੀਆਂ ਲੈ ਕੇ ਰੋ ਰਿਹਾ। ਉਹਦੇ ਰੋਣ ਦਾ ਅੰਦਾਜ਼ ਵੇਖ ਕੇ ਮੈਂ ਮਜਬੂਰ ਹੋ ਗਿਆ ਕਿ ਉਹਨੂੰ ਮੈਂ ਪੁੱਛਾਂ ਕਿ ਬਜ਼ੁਰਗਾ ਮੈਂ ਤੈਨੂੰ ਪਹਿਲੇ ਕਦੀ ਨਹੀਂ ਵੇਖਿਆ, ਨਾ ਚੌਧਰੀ ਸਾਹਿਬ ਦੇ ਕੋਲ ਆਇਆ ਤੈਨੂੰ ਮੈਂ ਕਦੀ ਵੇਖਿਆ ਵਾ, ਨਾ ਕਦੀ ਚੌਧਰੀ ਸਾਹਿਬ ਨੇ ਤੇਰਾ ਜ਼ਿਕਰ ਹੀ ਕੀਤਾ, ਨਾ ਮੈਂ ਤੈਨੂੰ ਪਹਿਲੇ ਹੀ ਕਦੀ ਗੋਜਰੇ ਸ਼ਹਿਰ 'ਚ ਦੇਖਿਆ। ਤੂੰ ਕੌਣ ਆ ਤੇ ਕਿੱਥੋਂ ਆਇਆ ਵਾਂ ਤੇ ਇਹਨੇ ਦਰਦ ਨਾਲ ਰੋ ਕਿਉਂ ਰਿਹਾ ਵਾਂ। ਉਹ ਕਹਿੰਦਾ ਮੈਂ ਸਾਰੇ ਸਵਾਲ ਉਹਦੇ ਉੱਤੇ ਕਰ ਦਿੱਤੇ। ਹਾਲਾਂਕਿ ਮੇਰਾ ਆਪਣਾ ਵੀ ਹੌਸਲਾ ਟੁੱਟਿਆ ਹੋਇਆ ਸੀ, ਮੇਰੀਆਂ ਆਪਣੀਆਂ ਅੱਖਾਂ ਵੀ ਭਿੱਜੀਆਂ ਹੋਈਆਂ ਸੀ, ਮੇਰਾ ਆਪਣਾ ਦਿਲ ਵੀ ਟੁੱਟਿਆ ਹੋਇਆ ਸੀ ਤੇ ਮੈਂ ਆਪ ਵੀ ਬੜਾ ਬੇਆਸਰਾ ਸੀ। ਜਦੋਂ ਮੈਂ ਬਜ਼ੁਰਗ ਨੂੰ ਗੱਲ ਪੁੱਛੀ ਤੇ ਉਹਨੇ ਸਿਸਕੀਆਂ ਭਰਦਿਆਂ ਹੋਇਆਂ ਮੈਨੂੰ ਇਹ ਗੱਲ ਦੱਸੀ ਕਿ ਬੇਟਾ ਮੈਂ ਮੁਲਤਾਨ ਸ਼ਹਿਰ 'ਚੋਂ ਆਇਆ ਵਾਂ ਤੇ ਮੈਂ ਇੱਕ ਗਰੀਬ ਆਦਮੀ ਹਾਂ, 1 ਏਕੜ ਦਾ ਮਾਲਕ ਹਾਂ ਤੇ 4 ਮੇਰੀਆਂ ਬੇਟੀਆਂ ਸਨ, ਬੇਟਾ ਮੇਰਾ ਹੈ ਕੋਈ ਨਹੀਂ ਸੀ। ਜਦੋਂ ਉਹਨਾਂ ਦੀ ਸ਼ਾਦੀ ਦੀ ਉਮਰ ਆਈ ਤੇ ਮੇਰੇ ਕੋਲ ਜਮ੍ਹਾਂ ਪੂੰਜੀ ਤੇ ਹੈ ਕੋਈ ਨਹੀਂ ਸੀ, ਮੇਰਾ ਮਸਾਂ ਗੁਜ਼ਾਰਾ ਹੀ ਹੁੰਦਾ ਸੀ ਜੋ ਮੈਂ ਕਮਾਉਂਦਾ ਸੀ ਤੇ ਮੈਂ ਬੇਟੀਆਂ ਕਿੱਥੋਂ ਬੂਹੋਂ ਟੋਰਨੀਆਂ ਸੀ ਅੱਜ ਦੇ ਇਸ ਦੌਰ 'ਚ ਜਦੋਂ ਕਿ ਲਾਲਚ ਤੇ ਜਹੇਜ਼ ਦਾ ਦੌਰ ਆ। ਜਿਹੜੀ ਮੇਰੇ ਕੋਲ 1 ਏਕੜ ਜ਼ਮੀਨ ਸੀ ਉਹ ਮੈਂ ਉਸ 2006 'ਚ 10 ਲੱਖ ਦੇ ਇਵਜ਼ ਕਿਸੇ ਨੂੰ ਫਰੋਖਤ ਕਰ ਦਿੱਤੀ। ਉਹਨਾਂ ਨੇ 2 ਲੱਖ ਰੁਪਇਆ ਮੈਨੂੰ ਬਿਆਨਾ ਦੇ ਦਿੱਤਾ ਤੇ ਨਾਲ ਆਖਿਆ ਕਿ ਸੁਬਾਹ ਅਸੀਂ ਤੇਰੇ ਕੋਲ ਇੰਤਕਾਲ ਕਰਾ ਲਾਂਗੇ ਤੇ ਤੈਨੂੰ ਪੈਸੇ ਦੇ ਦਿਆਂਗੇ। ਜਦੋਂ ਦੂਸਰਾ ਦਿਨ ਆਇਆ ਉਹਨਾਂ ਮੈਨੂੰ ਬੈਂਕ 'ਚ ਬੁਲਾਇਆ ਤੇ ਮੈਨੂੰ ਕਚਹਿਰੀ ਲੈ ਗਏ। ਕਚਹਿਰੀ ਲਿਜਾ ਕੇ ਮੇਰੇ ਕੋਲ ਬਿਆਨ ਦਵਾ ਲਿਆ। ਬਿਆਨ ਦਵਾਉਣ ਤੋਂ ਬਾਅਦ ਜਿਹੜੇ ਬੰਦੇ ਨੇ ਸੌਦਾ ਕਰਾਇਆ ਸੀ ਉਹ ਮੇਰਾ ਵਾਕਫ ਸੀ, ਮੈਨੂੰ ਜਾਣਦਾ ਸੀ। ਉਹ ਮੈਨੂੰ ਲੈ ਗਿਆ, ਬੈਂਕ ਟੁਰ ਗਏ, ਉੱਥੋਂ ਲੈ ਤੋਂ ਲਾਲ ਉਹਨਾਂ ਕੀਤੀ ਤੇ ਮੈਨੂੰ ਅਗਲੇ ਦਿਨ ਦਾ ਫੇਰ ਵਾਅਦਾ ਲੈ ਲਿਆ ਮੇਰੇ ਕੋਲੋਂ। ਮੇਰਾ ਉਦੋਂ ਹੀ ਦਿਲ ਥੜਕ ਗਿਆ, ਮੇਰੇ ਪੈਰ ਕੰਬਣ ਡੈ ਪਿਆ ਕਿ ਮੇਰੇ ਨਾਲ ਲੱਗਦਾ ਕੋਈ 2 ਨੰਬਰੀ ਹੋ ਗਈ ਆ। ਜਿਹੜਾ ਮੇਰਾ ਵਾਕਫ ਬੰਦਾ ਸੀ ਉਹ ਵੀ 2 ਦੂਣੀ 4 ਹੀ ਮੇਰੇ ਨਾਲ ਕਰੇ। ਜਦੋਂ ਮੈਂ ਮੁਲਤਾਨ ਦਿਆਂ ਮਖਦੂਮਾਂ ਕੋਲ ਗਿਆ, ਗਿਲਾਨੀਆਂ ਕੋਲ ਗਿਆ, ਸਜਦਾਂ ਕੋਲ ਗਿਆ, MP MN ਜਿਹੜੇ ਸੀ ਲੋਕ ਉਹਨਾਂ ਕੋਲ ਗਿਆ, ਲੇਕਿਨ ਉਹਨਾਂ ਦਾ ਨਾਂ ਸੁਣ ਕੇ ਕੋਈ ਵੀ ਮੇਰੀ ਮਦਦ ਕਰਨ ਵਾਸਤੇ ਤਿਆਰ ਨਾ ਹੋਇਆ। ਤੇ ਇਸੇ ਹੀ ਮੁਲਤਾਨ ਸ਼ਹਿਰ 'ਚ ਕਿਸੇ ਨੇ ਮੈਨੂੰ ਇਹ ਆਖਿਆ ਕਿ ਤੂੰ ਗੋਜਰੇ ਟੁਰ ਜਾ, ਉੱਥੇ ਚੌਧਰੀ ਅਮਜਦ ਅਲੀ ਵੜੈਚ ਦਾ ਸੁਣ ਕੇ ਉਹਦੇ ਘਰ ਚਲਾ ਜਾਈਂ, ਉਹਨੂੰ ਜਾ ਕੇ ਆਪਣੀ ਫਰਿਆਦ ਸੁਣਾ, ਉਹ ਬੜਾ ਗਰੀਬ ਪ੍ਰਸਤਾ ਹੋ ਸਕਦਾ ਤੇਰੀ ਮਦਦ ਕਰੇ। ਕਹਿੰਦਾ ਮੇਰੇ ਕੋਲ 2000 ਰੁਪਈਆ ਸੀ, ਮੈਂ ਕਿਰਾਇਆ ਲਾ ਕੇ ਤੇ ਗੋਜਰੇ ਆ ਗਿਆ। ਪੁੱਛ ਪ੍ਰਤੀਤ ਕਰਕੇ ਮੈਂ ਝੰਗ ਰੋਡ ਤੇ ਚੌਧਰੀ ਸਾਹਿਬ ਦੇ ਘਰ ਪਹੁੰਚ ਗਿਆ, ਡੇਰੇ ਤੇ ਚਲਾ ਗਿਆ। ਉੱਥੇ ਉਹਦੇ ਗਨਮੈਨ ਸੀ, ਉਹਨਾਂ ਨੂੰ ਮੈਂ ਜਾ ਕੇ ਤਰਲਾ ਪਾਇਆ। ਉਹਨਾਂ ਨੇ ਮੇਰੀ ਚੌਧਰੀ ਸਾਹਿਬ ਨਾਲ ਮੁਲਾਕਾਤ ਕਰਾਤੀ। ਜਦੋਂ ਮੇਰੀ ਮੁਲਾਕਾਤ ਹੋ ਗਈ ਮੈਂ ਆਪਣਾ ਸਾਰਾ ਵਾਕਿਆ ਭਿੱਜੀਆਂ ਅੱਖਾਂ ਨਾਲ ਸੁਣਾਇਆ ਤੇ ਚੌਧਰੀ ਸਾਹਿਬ ਨੇ ਉੱਠ ਕੇ ਮੈਨੂੰ ਗਲੇ ਲਾ ਲਿਆ, ਖਾਣਾ ਖਿਲਾਇਆ। ਉਸ ਤੋਂ ਬਾਅਦ ਮੇਰੇ ਨਾਲ ਵਾਅਦਾ ਕਰ ਲਿਆ ਕਿ ਮੈਂ ਅਗਲੀ ਐਤਵਾਰ ਵਾਲੇ ਦਿਨ ਤੇਰੇ ਕੋਲ ਮੁਲਤਾਨ ਆਵਾਂਗਾ ਤੇ ਮੈਨੂੰ ਆਪਦਾ ਨੰਬਰ ਦੇ ਦੇ। ਤੇ ਮੇਰਾ ਨੰਬਰ ਮੇਰੇ ਕੋਲ ਲੈ ਲਿਆ, ਮੇਰੇ ਕੋਲ ਮੇਰਾ ਐਡਰੈਸ ਲੈ ਲਿਆ। ਇੰਨੀ ਗੱਲ ਕਹਿ ਕੇ ਤੇ ਮੈਨੂੰ ਥੋੜਾ ਬਹੁਤਾ ਮੇਰੀ ਸੇਵਾ ਵੀ ਕੀਤੀ ਤੇ ਆਪਣੇ ਮੁਲਾਜ਼ਮ ਨੂੰ ਭੇਜਿਆ ਕਿ ਬਾਬਾ ਜੀ ਹੋਰਾਂ ਨੂੰ ਜਾ ਕੇ ਬੱਸ ਤੇ ਬਿਠਾਇਆ, ਨਾਲੇ ਦਾ ਕਿਰਾਇਆ ਅਦਾ ਕਰਕੇ ਆ। ਉਹਦਾ ਡਰਾਈਵਰ ਮੈਨੂੰ ਬੱਸ 'ਚ ਬਿਠਾ ਕੇ ਤੇ ਮੈਂ ਵਾਪਸ ਆ ਗਿਆ। ਮੈਂ ਸੋਚਦਾ ਆਵਾਂ ਕਿ ਰੋਟੀ ਤੇ ਮੈਨੂੰ ਮੁਲਤਾਨ 'ਚੋਂ ਵੀ ਮਿਲ ਜਾਣੀ ਸੀ। ਲੱਗਦਾ ਮੇਰਾ ਸਫ਼ਰ ਰਹਿ ਹੀ ਗਿਆ। ਇਹ ਇਤਨਾ ਬੜਾ ਬੰਦਾ ਵਾ, ਵਕਤ ਦਾ MN ਆ। ਇਹ ਮੇਰੀ ਬੇਟੀਆਂ ਵਾਸਤੇ ਮੇਰੇ ਪੈਸਿਆਂ ਬਦਲੇ
ਗੋਜਰੇ ਸ਼ਹਿਰ ਤੋਂ ਚੱਲ ਕੇ ਮੁਲਤਾਨ ਕਿਵੇਂ ਆ ਸਕਦਾ ਵਾ। ਮੈਂ ਇਹਨਾਂ ਦਲੀਲਾਂ ਨਾਲ ਹੀ ਟੁੱਟੇ ਦਿਲ ਨਾਲ ਫਿਰ ਵਾਪਸ ਆ ਗਿਆ। ਆ ਕੇ ਫਿਰ ਆਪਣੇ ਕਾਰ 'ਚ ਰੁੱਝ ਗਿਆ, ਕਦੀ ਉਹਦੇ ਕੋਲ ਜਾ ਉਹਦੇ ਕੋਲ ਜਾ। ਲੇਕਿਨ ਯਕਦਮ ਜਦੋਂ ਐਤਵਾਰ ਦਾ ਦਿਨ ਆਇਆ ਤੇ ਮੇਰੀ ਬੇਟੀ ਨੇ ਆਣ ਕੇ ਮੈਨੂੰ ਦੱਸਿਆ ਕਿ ਬਾਬਾ ਤੁਹਾਡਾ ਫੋਨ ਆ, ਕੋਈ ਅਮਜਦ ਅਲੀ ਵੜੈਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾ। ਕਹਿੰਦਾ ਕਿ ਜਦੋਂ ਮੇਰੀ ਬੇਟੀ ਨੇ ਨਾਂ ਲਿਆ ਤੇ ਮੇਰੇ ਅੰਦਰ ਆਸਾਂ ਉਮੀਦਾਂ ਦੀ ਇੱਕ ਰੋਸ਼ਨ ਸ਼ਮਾ ਜਾਗ ਪਈ। ਮੈਂ ਜਲਦੀ ਜਲਦੀ ਫੋਨ ਸੁਣਿਆ ਤੇ ਚੌਧਰੀ ਸਾਹਿਬ ਨੇ ਮੈਨੂੰ ਆਖਿਆ ਕਿ ਮੈਂ ਫਲਾਂ ਥਾਂ ਖੜਾ ਵਾਂ ਤੇ ਤੂੰ ਜਲਦੀ ਮੇਰੇ ਕੋਲ ਪਹੁੰਚ। ਕਹਿੰਦਾ ਮੈਂ ਆਪਣਾ ਸਾਈਕਲ ਚੁੱਕਿਆ ਤੇ ਚੌਧਰੀ ਤਰਫ ਚੱਲ ਪਿਆ। ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਤੇ ਉਹ ਚੌਕ 'ਚ ਖੜੇ ਆ, ਆਲ ਦੁਆਰ ਉਹਦੇ ਬਾਡੀਗਾਰਡ ਖੜੇ ਆ ਤੇ ਉਹ ਛੱਲੀ ਖਾ ਰਿਹਾ ਇੱਕ ਛੱਲੀ ਵਾਲੇ ਕੋਲ ਲੈ ਕੇ। ਮੈਂ ਜਾ ਕੇ ਸਲਾਮ ਦੁਆ ਕੀਤੀ ਤੇ ਮੈਨੂੰ ਕਹਿਣ ਲੱਗੇ ਬਾਬਾ ਜੀ ਵਕਤ ਜ਼ਾਇਆ ਨਹੀਂ ਕਰਨਾ, ਟਾਈਮ ਮੇਰੇ ਕੋਲ ਵੀ ਕੋਈ ਨਹੀਂ। ਆਪਣਾ ਸਾਈਕਲ ਉਹਨੇ ਆਪਣੇ ਇੱਕ ਬਾਡੀਗਾਰਡ ਨੂੰ ਦਿੱਤਾ ਤੇ ਮੈਨੂੰ ਗੱਡੀ 'ਚ ਬਿਠਾ ਲਿਆ। ਮੈਨੂੰ ਕਹਿਣ ਲੱਗਾ ਮੈਨੂੰ ਉਹਨਾਂ ਦੇ ਘਰ ਲੈ ਚੱਲ ਜਿਨ੍ਹਾਂ ਕੋਲ ਤੂੰ ਪੈਸੇ ਲੈਣੇ ਆ। ਕਹਿੰਦਾ ਮੈਂ ਲੈ ਕੇ ਉਹਨੂੰ ਉਹਨਾਂ ਦੇ ਘਰੇ ਆ ਗਿਆ। ਉਹਨੇ ਜਦੋਂ ਘਰੇ ਆ ਗਿਆ ਜਾ ਕੇ ਉਹਨੇ ਮੁਤਾਲਬਾ ਕੀਤਾ ਕਿ ਮੈਂ ਗੋਜਰੇ ਤੋਂ ਅਮਜਦ ਅਲੀ ਵੜੈਚ ਹਾਂ, ਇਹ ਬਜ਼ੁਰਗ ਦੇ ਪੈਸੇ ਜਿਹੜੇ ਤੁਸੀਂ ਨਹੀਂ ਦੇ ਰਹੇ ਇਹਦੇ ਪੈਸੇ ਦਿਓ। ਉਹ ਸੁਣਨ ਤੋਂ ਬਾਅਦ ਫਿਰ ਲੈ ਲੋ ਲਾਤ ਕਰਨ ਲੱਗੇ। ਲੇਕਿਨ ਚੌਧਰੀ ਅਮਜਦ ਨੇ ਉਹਨਾਂ ਨੂੰ ਇਹ ਗੱਲ ਆਖੀ ਕਿ ਟੋਬਾ ਟੇਕ ਸਿੰਘ, ਕਮਾਲੀਆ, ਗੋਜਰਾ, ਰਜਾਣਾ, ਝੰਗ ਜਾਂ ਫੈਸਲਾਬਾਦ, ਅਗਰ ਤੁਹਾਡਾ ਕੋਈ ਅਜ਼ੀਜ਼ੋ ਕਰਬ ਹੈ, ਕੋਈ ਤੁਹਾਡਾ ਰਿਸ਼ਤੇਦਾਰ ਹੈ ਜਾਂ ਕੋਈ ਜਾਣਨ ਵਾਲਾ ਹੈ, ਮੈਂ ਤੁਹਾਨੂੰ 2 ਘੰਟੇ ਦਾ ਟਾਈਮ ਦਿੰਦਾ। ਉਹਨਾਂ ਨੂੰ ਫੋਨ ਕਰਕੇ ਪੁੱਛ ਲਾ, ਮਸ਼ਵਰਾ ਕਰ ਲਾ ਕਿ ਗੋਜਰੇ ਤੋਂ ਅਮਜਦ ਅਲੀ ਵੜੈਚ ਪੈਸੇ ਲੈਣ ਆਇਆ ਵਾ, ਇਹਨੂੰ ਪੈਸੇ ਦੇ ਦਿੱਤੇ ਜਾਣ ਜਾਂ ਉੱਦਾਂ ਹੀ ਟਰਖਾਤਾ ਜਾਵੇ ਜਿਸ ਤਰ੍ਹਾਂ ਮੁਲਤਾਨ ਵਾਲਿਆਂ ਨੂੰ ਟਰਖਾਈ ਜਾ ਰਿਹਾ ਵਾ। ਉਹ ਬੰਦਾ ਇਹ ਗੱਲ ਸੁਣ ਕੇ ਥੋੜ੍ਹਾ ਜਿਹਾ ਝਟਕਾ ਲੱਗਾ ਉਹਨੂੰ, ਉਹ ਅੰਦਰ ਚਲਾ ਗਿਆ। ਉਹਨੇ ਜਾ ਕੇ ਕਿਤੇ ਰਾਬਤਾ ਕੀਤਾ ਆਪਣੇ ਕਿਸੇ ਵੀ ਨਾਲ, ਕਿਸੇ ਵੀ ਜਾਣਨ ਵਾਲੇ ਨਾਲ, ਤੇ ਵਾਪਸ ਉਹ 10-15 ਮਿੰਟ ਬਾਅਦ ਆਇਆ ਤੇ ਬੜਾ ਕਾਹਲੀ 'ਚ ਸੀ। ਕਹਿਣ ਲੱਗਾ ਮਿੰਨਤਾਂ ਤਰਲੇ ਕਰਨ ਡਿਆ ਪਿਆ। ਕਹਿੰਦਾ ਚੌਧਰੀ ਸਾਹਿਬ ਪੈਸੇ ਮੈਂ ਤੁਹਾਨੂੰ ਬਿਲਕੁਲ ਦਾਂਗਾ, ਲੇਕਿਨ ਮੈਨੂੰ 1 ਹਫ਼ਤੇ ਦਾ ਟਾਈਮ ਚਾਹੀਦਾ। ਤਾਂ ਉਹ ਬਜ਼ੁਰਗ ਕਹਿੰਦਾ ਚੌਧਰੀ ਸਾਹਿਬ ਨੇ ਆਖਿਆ ਹਫ਼ਤੇ ਦਾ ਟਾਈਮ ਨਹੀਂ, ਤੇਰੇ ਕੋਲ ਉਹੀ 2 ਘੰਟੇ ਦਾ ਟਾਈਮ ਆ, 2 ਘੰਟਿਆਂ 'ਚ ਪੈਸੇ ਤੈਨੂੰ ਦੇਣੇ ਪੈਣੇ ਆ। ਬਸ ਉਹ ਚਲਾ ਗਿਆ। 2 ਘੰਟੇ ਬਾਅਦ ਉਹ ਬਜ਼ੁਰਗ ਕਹਿੰਦਾ ਸਾਨੂੰ ਨਹੀਂ ਪਤਾ ਉਹ ਪੈਸੇ ਕਿੱਥੋਂ ਲੈ ਕੇ ਆਇਆ। ਉਹਨੇ ਜਿਹੜੀ ਮੇਰੀ ਬਾਕੀ ਰਕਮ ਸੀ ਉਹ ਲਿਆ ਕੇ ਮੇਰੇ ਹਵਾਲੇ ਕਰ ਦਿੱਤੀ ਵੀ ਆਹ ਲਓ ਜੀ। ਬਜ਼ੁਰਗ ਕਹਿੰਦਾ ਅਸੀਂ ਉਹ ਪੈਸੇ ਲੈ ਕੇ ਜਦੋਂ ਨਿਕਲੇ ਨਾ ਤੇ ਮੈਂ ਉਹ ਸਾਰੇ ਦੇ ਸਾਰੇ ਪੈਸੇ ਚੌਧਰੀ ਸਾਹਿਬ ਦੀ ਝੋਲੀ 'ਚ ਪਾਤੇ ਕਿ ਲਓ ਚੌਧਰੀ ਸਾਹਿਬ ਇਹ ਸਾਰੇ ਪੈਸੇ ਤੁਹਾਡੇ ਆ, ਜਿਹੜੇ ਤੁਸੀਂ ਮੈਨੂੰ ਦੇਣਾ ਚਾਹੁੰਦੇ ਦੇ ਲਓ, ਜਿਹੜੇ ਤੁਸੀਂ ਆਪ ਰੱਖਣਾ ਚਾਹੁੰਦੇ ਆ ਤੁਸੀਂ ਆਪ ਰੱਖ ਲਓ, ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਆ। ਤੇ ਉਹ ਕਹਿਣ ਲੱਗਾ ਬਜ਼ੁਰਗਾ ਨਹੀਂ, ਇਹ ਸਾਰੇ ਪੈਸੇ ਤੇਰੇ ਆ, ਜਿਹੜਾ ਤੂੰ ਮੈਨੂੰ ਮੁਆਵਜ਼ਾ ਦੇਣਾ ਵਾ ਉਹ ਇਹ ਆ ਤੂੰ ਤੇ ਮੇਰੀਆਂ ਭੈਣਾਂ ਨੂੰ ਕਹਿਣਾ ਕਿ ਮੇਰੀ ਹੱਕ 'ਚ ਦੁਆ ਕਰ ਦੇਣ ਤੇ ਅੱਲਾ ਦੀ ਜ਼ਾਤ ਤੇਰੀ ਜਿਹੜਾ ਤੇਰੇ ਤੇ ਬੱਚੀਆਂ ਦਾ ਜਿਹੜਾ ਭਾਰ ਆ ਉਹ ਅੱਲਾ ਦੀ ਜ਼ਾਤ ਲਾਉਣ ਲਈ ਤੇਰੇ ਜਿਹੜੇ ਅਸਬਾਬ ਪੈਦਾ ਕਰੇ, ਇਹ ਤੇਰੇ ਹੀ ਪੈਸੇ ਆ। ਉਹ ਕਹਿੰਦਾ ਕਿ ਚੌਧਰੀ ਸਾਹਿਬ ਮੈਨੂੰ ਉੱਥੇ ਵਾਪਸ ਲਾ ਕੇ ਮੈਂ ਬੜਾ ਤਰਲਾ ਮਾਰਿਆ ਕਿ ਤੁਸੀਂ ਮੇਰੇ ਘਰੇ ਆਓ, ਮੈਂ ਚਾਹ ਪਾਣੀ ਪਿਲਾਵਾਂ। ਉਹਨਾਂ ਕਿਹਾ ਨਹੀਂ, ਮੈਂ ਇਸਲਾਮਾਬਾਦ ਜਾਣਾ ਵਾ, ਇਹ ਤੁਹਾਡਾ ਕੰਮ ਹੋ ਗਿਆ, ਮੈਂ ਸਿਰਫ ਤੇਰੀ ਖਾਤਰ ਇੰਨੀ ਦੂਰੋਂ ਚੱਲ ਕੇ ਆਇਆ ਵਾਂ। ਕਹਿੰਦਾ ਉਹ ਬਜ਼ੁਰਗ ਨੇ ਮੈਨੂੰ ਜਦੋਂ ਵਾਕਿਆ ਸੁਣਾਇਆ ਤੇ ਮੈਂ ਤੇ ਅੰਦਰੋਂ ਡੋਲ ਗਿਆ ਤੇ ਵਾਕਿਆ ਹੀ ਕਹਿੰਦਾ ਮੇਰੀਆਂ ਅੱਖਾਂ 'ਚ ਹੰਝੂਆਂ ਦੀ ਝੜੀ ਮਜ਼ੀਦ ਤੇਜ਼ ਹੋ ਗਈ ਕਿ ਇੰਨਾ ਮਜਮਾ ਜਿਹੜਾ ਅੱਜ ਪੂਰਾ ਕਾਲਜ ਦਾ ਮੈਦਾਨ ਜਿਹੜਾ ਭਰਿਆ ਹੋਇਆ ਵਾ, ਕਿਉਂ ਲੋਕ ਇਹਨੇ ਅਸ਼ਕਬਾਰ ਆ, ਖਰੇ ਇਹਨੇ ਕਿੰਨੇ ਵਾਕਿਆਤ ਆ ਜਿਨ੍ਹਾਂ ਦੇ ਚੌਧਰੀ ਸਾਹਿਬ ਕੰਮ ਆਉਂਦੇ ਸੀ। ਤੋ ਹਜ਼ਰਾਤ ਗਰਾਮੀ ਇਹ ਅੱਛਾਈਆਂ ਵਾ ਜਿਹੜੀਆਂ ਅਗਰ ਤੁਸੀਂ ਜ਼ਿੰਦਗੀ 'ਚ ਕੀਤੀਆਂ ਹੋਈਆਂ ਤੇ ਮਗਰ ਦੁਆਵਾਂ ਜ਼ਰੂਰ ਰੱਪਣਗੀਆਂ। ਤੇ ਮੱਖਣ ਜੱਟ ਚੌਧਰੀ ਅਮਜਦ ਅਲੀ ਵੜੈਚ ਮਰਹੂਮ ਉਹਨਾਂ ਦੇ ਸਾਲੇ ਸਵਾਬ ਵਾਸਤੇ ਤੇ ਦੁਆ ਕਰਦਾ ਵਾ ਅੱਲਾ ਦੀ ਜ਼ਾਤ ਉਹਦੀਆਂ ਆਖਰੀ ਮੰਜ਼ਲਾਂ ਆਸਾਨ ਫਰਮਾਵੇ। ਮੇਰਾ ਬਜ਼ਾਤੇ ਖੁਦ ਵੀ ਉਹਦੇ ਨਾਲ ਰਾਬਤਾ ਰਿਹਾ ਵਾ, ਮੁਸ਼ਕਲਾਤ 'ਚ ਮੇਰਾ ਉਹਦੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ। ਵਾਕਿਆ ਹੀ ਐਸਾ ਸ਼ਖਸ ਮੈਂ ਕਹਿੰਦਾ ਕਿ ਰੋਜ਼ ਨਹੀਂ ਐਸੇ ਸ਼ਖਸ ਪੈਦਾ ਹੁੰਦੇ। ਜਿਸ ਮੁਸੀਬਤ 'ਚ ਵੀ ਜਦੋਂ ਮੁਸ਼ਕਿਲ ਵੇਲਾ ਸੀ ਉਹਨੂੰ ਕਾਲ ਕੀਤੀ ਆ, ਉਹਨੂੰ ਦੱਸਣਾ ਨਹੀਂ ਪਿਆ ਮੈਂ ਫਲਾਂ ਬੋਲ ਰਿਹਾ। ਹੈਲੋ ਕਰਨ ਤੋਂ ਬਾਅਦ ਉਹਨੇ ਅੱਗੇ ਇਹ ਕਿਹਾ ਮੱਖਣ ਜੀ ਕੰਮ ਦੱਸੋ ਕੀ ਆ। ਤੋ ਐਸੇ ਲੋਕ ਜ਼ਮਾਨੇ ਦੇ ਹੀਰੋ ਹੁੰਦੇ ਆ, ਇਹਨਾਂ ਵਾਸਤੇ ਲੋਕ ਦੁਆਵਾਂ ਕਰਦੇ ਆ ਤੇ ਮੈਂ ਦੁਆ ਗੋਆਂ ਕਿ ਅੱਲਾ ਦੀ ਜ਼ਾਤ ਉਹਦੀਆਂ ਆਖਰੀ ਮੰਜ਼ਲਾਂ ਆਸਾਨ ਫਰਮਾਵੇ। ਅਸਲਾਮੁ ਅਲੈਕੁਮ। ਇਜਾਜ਼ਤ ਚਾਹਾਂਗਾ, ਮੱਖਣ ਜੱਟ ਨੂੰ ਇਜਾਜ਼ਤ ਦਿਓ। ਅਸਲਾਮੁ ਅਲੈਕੁਮ।